जम्मू कश्मीर घाटी ਵਿੱਚ ਇੱਕ ਵਾਰ ਫਿਰ ਉਹੀ ਖੌਫਨਾਕ ਮੰਜ਼ਰ ਸਾਹਮਣੇ ਆਇਆ ਜਿਸ ਨੇ ਸਾਲ 2025 ਵਿੱਚ ਹੋਏ ਪਹਿਲਗਾਮ ਦੇ ਖੂਨੀ ਹਮਲੇ ਦੀਆਂ ਡਰਾਉਣੀਆਂ ਯਾਦਾਂ ਤਾਜ਼ੀਆਂ ਕਰ ਦਿੱਤੀਆਂ। ਜਿਸ ਤਰ੍ਹਾਂ ਪਹਿਲਗਾਮ ਵਿੱਚ ਬੇਕਸੂਰ ਲੋਕਾਂ ਦੀ ਪਛਾਣ ਪੁੱਛ ਕੇ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਸਨ, ਠੀਕ ਉਸੇ ਤਰ੍ਹਾਂ ਅੱਤਵਾਦੀਆਂ ਨੇ ਕੁਲਗਾਮ ਵਿੱਚ ਵੀ ਖੂਨੀ ਖੇਡ ਖੇਡੀ। ਗੋਲੀਆਂ ਦੀ ਤੜਤੜਾਹਟ ਤੋਂ ਪਹਿਲਾਂ ਸਿਰਫ ਇੱਕ ਹੀ ਸਵਾਲ ਗੂੰਜਿਆ, ਤੁਹਾਡਾ ਨਾਮ ਕੀ ਹੈ? ਨਾਮ ਸੁਣਦੇ ਹੀ ਮਜ਼ਹਬੀ ਨਫ਼ਰਤ ਦਾ ਜ਼ਹਿਰ ਉਬਲ ਪਿਆ ਅਤੇ ਨਿਹੱਥੇ ਬੇਕਸੂਰ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਇੱਕ ਕਰਕੇ ਬਾਕੀ ਸਮੂਹ ਤੋਂ ਵੱਖ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅੱਤਵਾਦੀਆਂ ਨੇ ਬਿਨਾਂ ਕਿਸੇ ਰਹਿਮ ਦੇ ਬਿਲਕੁਲ ਨੇੜੇ ਤੋਂ ਰਾਈਫਲਾਂ ਤਾਣ ਕੇ ਗੋਲੀਆਂ ਚਲਾ ਦਿੱਤੀਆਂ। ਪਹਿਲਗਾਮ ਤੋਂ ਲੈ ਕੇ ਕੁਲਗਾਮ ਤੱਕ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹੱਤਿਆਵਾਂ ਦਾ ਇਹ ਉਹੀ ਪੁਰਾਣਾ ਅਤੇ ਘਿਨਾਉਣਾ ਤਰੀਕਾ ਹੈ ਜਿੱਥੇ ਪਹਿਲਾਂ ਨਾਮ ਪੁੱਛਿਆ ਜਾਂਦਾ ਹੈ ਅਤੇ ਫਿਰ ਜਾਨ ਲੈ ਲਈ ਜਾਂਦੀ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਇਨਸਾਨੀਅਤ ਨੂੰ ਕਟਘਰੇ ਵਿੱਚ ਖੜਾ ਕਰ ਦਿੱਤਾ ਹੈ। ਪੁਲਿਸ ਸੂਤਰਾਂ ਅਨੁਸਾਰ ਅੱਤਵਾਦੀਆਂ ਨੇ ਕੁਲਗਾਮ ਵਿੱਚ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਸਮੂਹ ਤੋਂ ਪਹਿਲਾਂ ਉਹਨਾਂ ਦੇ ਨਾਮ ਪੁੱਛੇ ਅਤੇ ਪਛਾਣ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਸਮੂਹ ਵਿੱਚ ਮੌਜੂਦ ਦੋ ਹਿੰਦੂ ਮਜ਼ਦੂਰਾਂ ਨੂੰ ਵੱਖ ਕਰਕੇ ਬਿਲਕੁਲ ਨੇੜੇ ਤੋਂ ਗੋਲੀ ਮਾਰ ਦਿੱਤੀ। ਇਸ ਹਮਲੇ ਵਿੱਚ 24 ਸਾਲਾ ਦੀਪਕ ਰਾਤਰੇ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 28 ਸਾਲਾ ਭੁਪਿੰਦਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਪਹਿਲਾਂ ਜੀਐਮਸੀ ਅਨੰਤਨਾਗ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ SKIMS ਸ਼੍ਰੀਨਗਰ ਭੇਜ ਦਿੱਤਾ ਗਿਆ। ਡਾਕਟਰਾਂ ਨੇ ਦੱਸਿਆ ਕਿ ਉਸ ਦੀ ਛਾਤੀ 'ਚ ਗੋਲੀ ਲੱਗੀ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਲਸ਼ਕਰ-ਏ-ਤੋਇਬਾ ਦੇ ਸ਼ੈਡੋ ਸੰਗਠਨ TRF ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਸੂਤਰਾਂ ਮੁਤਾਬਕ ਗੋਲੀ ਮਾਰਨ ਤੋਂ ਪਹਿਲਾਂ ਮਜ਼ਦੂਰਾਂ ਦੇ ਨਾਂ ਵੀ ਪੁੱਛੇ ਗਏ ਸਨ। ਘਾਟੀ ਵਿੱਚ ਸਿਰਫ 10 ਦਿਨਾਂ ਦੇ ਅੰਦਰ ਟਾਰਗੇਟ ਕਿਲਿੰਗ ਦੀ ਇਹ ਦੂਜੀ ਘਟਨਾ ਹੈ। ਸਥਾਨਕ ਪੁਲਿਸ ਮੁਤਾਬਕ ਦੀਪਕ ਦੇ ਪਿਤਾ ਓਮਾ ਸ਼ੰਕਰ ਰਾਤਰੇ ਅਤੇ ਭੁਪਿੰਦਰ ਦੇ ਦਸ਼ਰਥ ਹਨ। ਦੋਵਾਂ ਦੇ ਘਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰ ਦੇ ਮੈਂਬਰ ਕਸ਼ਮੀਰ ਲਈ ਰਵਾਨਾ ਹੋ ਗਏ ਸਨ। ਅੱਤਵਾਦੀ ਇੱਕ ਵਾਰ ਫਿਰ ਜੰਮੂ ਕਸ਼ਮੀਰ 'ਚ ਡਰ ਪੈਦਾ ਕਰਨ ਦੀ ਸਾਜ਼ਿਸ਼ ਕਰ ਰਹੇ ਨੇ। ਅਤੀਤ ਵਿੱਚ ਅੱਤਵਾਦੀਆਂ ਨੇ ਮੁੱਖ ਤੌਰ ਤੇ ਪ੍ਰਵਾਸੀ ਮਜ਼ਦੂਰਾਂ, ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਅਤੇ ਨਿਹੱਥੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਸੁਰੱਖਿਆ ਏਜੰਸੀਆਂ ਮੁਤਾਬਕ ਅਜਿਹੇ ਹਮਲਿਆਂ ਦਾ ਮੁੱਖ ਉਦੇਸ਼ ਘਾਟੀ 'ਚ ਕੰਮ ਕਰ ਰਹੇ ਬਾਹਰੀ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਅਤੇ ਖੇਤਰ 'ਚ ਸ਼ਾਂਤੀ ਅਤੇ ਵਿਕਾਸ 'ਚ ਵਿਘਨ ਪਾਉਣਾ ਹੈ। ਬਿਊਰੋ ਰਿਪੋर्ट ABP ਸਾਂਝਾ। देखिए, इसको मैं 2 ही 3 शब्दों में बयान करूंगा। इट इज़ कॉल्ड फ्रस्ट्रेशन इन दी ISI सर्कल्स। उनको पता चल गया है कि 2019 के बाद जो भी कार्रवाई शुरू हुई जम्मू कश्मीर में, आज हमारी जो सिक्योरिटी फोर्सेस की सक्सेस है वो ऑलमोस्ट 90% के आसपास है। कोई भी टेररिस्ट किसी भी किस्म का आसपास कोई पर नहीं मार सकता। परंतु उन्होंने अभी क्या किया है, अपनी जो पुरानी 2-3 स्ट्रैटेजीज मैं आपको बताऊंगा। पहला उन्होंने शुरू किया है टारगेटिंग किलिंग ऑफ द नॉन कश्मीरी लेबर। दूसरा उन्होंने जो किया है वो है उनकी रिहेबिलिटेशन पॉलिसी, जो स्लीपर सेल को भेजा है POK से या पाकिस्तान से विद द जेन्युइन वीज़ा के साथ में, प्रॉपरली अपने रिश्तेदारों के पास आके रह रहा है और वो लास्ट मोमेंट पे आकर के उनके इशारे पे ये काम करता है। तीसरा उन्होंने जो यूज़ किया है वो यहाँ पे है कि उन्होंने एक पॉइंट ब्लैंक रेंज पे आकर के एक निहत्थे आदमी के ऊपर गोली चलाई है और ऐसी जगह पे जहाँ पे उनके पास एस्केप रूट्स हैं, क्राउडेड एरियाज़ हैं, गोली मार के वो अपनी पिस्टल किसी को फेंक देगा या किसी को पकड़ा देगा और भीड़ में गायब हो जाएगा। तो ये सब जो स्ट्रैटेजीज उन्होंने यूज़ की हैं, ये 2 वजह से की हैं। एक तो पाकिस्तान के अंदर इस वक्त हर प्रोविंस के अंदर अनरेस्ट है और POJK में तो किलिंग्स चल रही हैं, ह्यूमन राइट्स वायलेशन जो हो रही हैं वो पूरी दुनिया के नज़रों में आ गई हैं, चाहे वो एमनेस्टी हो, चाहे वो यूनाइटेड नेशंस ह्यूमन राइट्स काउंसिल हो या पाकिस्तान की अपनी ह्यूमन राइट्स काउंसिल हो। तो उससे जो नज़र भटकाने के लिए ये एक प्रयास किया गया है। और दूसरा, उनको मालूम है यहाँ पे अमरनाथ यात्रा चल रही है, तो उनको पता है कि इस तरीके से करने से उनको विजिबिलिटी मिलेगी, वर्ल्ड ओवर जो जर्नलिज्म है उनको पता चलेगा। उस चीज़ को अचीव करने के लिए उन्होंने ये किया है। परंतु सिक्योरिटी फोर्सेस अलर्ट है। आई कैन शो यू, जो उन्होंने काम किया है वो बड़ी जल्द ही पकड़े जाएंगे, क्योंकि अभी मोडस ऑपरेंडी ऑफ द सिक्योरिटी फोर्सेस हैज चेंज्ड। अब उनकी अकाउंटेबिलिटी ली जाती है, प्रोफेशनलिज्म होता है और वो यूनिफाइड हेडक्वार्टर्स में इकट्ठे बैठ के काम करते हैं और एक ही सिनर्जाइज तरीके से काम करते हैं, एंड दे विल गेट द सक्सेस।